हरि मिले सुख नाम हर शोभा, चिंता लाहे हमारी। हो आया दूरों चल के, मैं तकी तो शरणाई जियो। मैं आशा रखी चित में, मेरा सबो दुख गवाए जियो। कृपा करहो दीन के दाते, मेरा गुण अवगुण न विचारो कोई। माटी का क्या धोपै स्वामी, मानस की गत एही। सतनाम वाहिगुरु साहिब जियो। सलोक आगम अगाध पार ब्रह्म सोए, जो जो कहे सो मुक्ता होए। सुन मीता नानक बिनवंता, साध जना की अचरज कथा। सुन मीता नानक बिनवंता, साध जना की अचरज कथा। परम सन्मानयोग गुरु प्यारी गुरु रूप साध संगत जीओ, अपरपार बख्शिश रहमत हुई है। ਅੰਮ੍ਰਿਤ ਵੇਲੇ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰ ਦੀ ਰਹਿਮਤ ਦੇ ਸਦਕੇ ਪਿਛਲੇ ਦਿਨਾਂ ਤੋਂ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਰੰਭ ਕੀਤੀ ਹੋਈ ਹੈ। ਆਪ ਸਰਬੱਤ ਸੰਗਤਾਂ ਘਰਾਂ 'ਚ ਬੈਠ ਕੇ ਸਰਵਣ ਕਰਦੇ ਹੋ। ਸੋ ਹੁਣ ਤੱਕ ਆਪਾਂ 6 ਅਸ਼ਟਪਦੀਆਂ ਦੀ ਸਮੇਤ ਸਲੋਕਾਂ ਦੀ ਵਿਚਾਰ ਸੁਖਮਨੀ ਸਾਹਿਬ ਜੀ ਦੇ ਅੰਦਰ ਕਰ ਚੁੱਕੇ ਹਾਂ। ਅੱਜ 7ਵੇਂ ਸਲੋਕ ਦੀ ਆਰੰਭਤਾ ਹੋ ਰਹੀ ਹੈ। 271 ਅੰਕ ਦੇ ਉੱਪਰ ਸਤਿਗੁਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਬਖਸ਼ਿਸ਼ ਕਰ ਰਹੇ ਨੇ। ਇਸ ਪਾਵਨ ਗੁਰਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਦੇ ਰਹੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਰੱਖਦੇ ਹੋਏ ਸਤਿਗੁਰ ਦੇ ਚਰਨਾਂ ਦਾ ਧਿਆਨ ਟਿਕਾਈਏ ਜੀ। ਸਾਰੀ ਸੰਗਤ ਪਿਆਰ ਸਹਿਤ ਦੋਨੋਂ ਹੱਥ ਜੋੜ ਕੇ ਲਵਾਓ ਹਾਜ਼ਰੀ, ਕਰੋ ਫਤਿਹ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਜੀ ਬਚਨ ਕਰਦੇ ਸਲੋਕ। ਇਸ ਸਲੋਕ ਦੇ ਰਾਹੀਂ ਆਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ ਉਹ ਆਗਮ ਹੈ, ਉਹ ਅਗਾਧ ਹੈ, ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਸਾਹਿਬਾ ਜੀ ਕਹਿੰਦੇ ਜੋ ਜੋ ਪਰਮਾਤਮਾ ਨੂੰ ਜਪਦਾ ਹੈ, ਉਹਦੇ ਨਾਮ ਨੂੰ ਬਿਆਨ ਕਰਦਾ, ਉਹਦੇ ਗੁਣਾਂ ਨੂੰ ਕਹਿੰਦਾ ਹੈ, ਜੋ ਜੋ ਕਹੇ ਸੋ ਮੁਕਤਾ ਹੋਏ, ਉਹ ਜੀਵਨ ਤੋਂ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਸੁਣ ਮੀਤਾ ਨਾਨਕ ਬਿਨਵੰਤਾ, ਐ ਮੇਰੇ ਮਿੱਤਰ ਸੁਣ, ਨਾਨਕ ਬੇਨਤੀ ਕਰ ਰਿਹਾ ਹੈ। ਸਾਧ ਜਨਾ ਕੀ ਅਚਰਜ ਕਥਾ, ਰੱਬ ਦੇ ਪਿਆਰਿਆਂ ਦੀ ਕਥਾ ਮਹਿਮਾ ਅਚਰਜ ਹੈ। ਭਾਵ ਉਹਨਾਂ ਦੀ ਮਹਿਮਾ ਹੈਰਾਨ ਕਰਨ ਵਾਲੀ ਹੈ। ਉਹਨਾਂ ਦੇ ਗੁਣ ਜਿਉਂ-ਜਿਉਂ ਬੰਦਾ ਵਿਖਿਆਨ ਕਰਦਾ ਹੈ ਰੱਬ ਦੇ ਭਗਤਾਂ ਦੇ, ਤਿਉਂ-ਤਿਉਂ ਹੈਰਾਨ ਹੁੰਦਾ ਹੈ, ਕਿਉਂਕਿ ਰੱਬ ਦੇ ਭਗਤਾਂ ਦੇ ਅੰਦਰ ਵੀ ਬੇਅੰਤ ਵਡਿਆਈਆਂ ਵਸਦੀਆਂ ਹਨ। ਅਸ਼ਟਪਦੀ। ਹੁਣ ਅਸ਼ਟਪਦੀ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਹਨ। ਸਾਧ ਕੈ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਗੁਰਦੇਵ ਜੀ ਬਚਨ ਕਰਦੇ ਨੇ, ਸਾਧ ਦੇ ਸੰਗ ਕਰਨ ਨਾਲ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਸਤਿਗੁਰੂ ਜੀ ਸਮਝਾਉਂਦੇ ਨੇ, ਸਾਧ ਕੈ ਸੰਗ ਮੁਖ ਊਜਲ ਹੋਤ। ਮੁਖ ਉਜਲ ਦਾ ਭਾਵ ਬੰਦੇ ਦਾ ਮੁਖ ਉਜਲ ਹੋ ਜਾਂਦਾ ਹੈ, ਬੰਦੇ ਨੂੰ ਲੋਕ ਤੇ ਪ੍ਰਲੋਕ ਦੀ ਜੋ ਕਿ ਇੱਜ਼ਤ ਪ੍ਰਾਪਤ ਹੁੰਦੀ ਹੈ। ਇਸ ਪ੍ਰਕਾਰ ਸਾਹਿਬਾ ਜੀ ਸਾਨੂੰ ਸਮਝਾਉਂਦੇ ਹਨ, ਸਾਧ ਕੈ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿ ਰਹੇ ਨੇ, ਭਾਈ ਸਾਰੀ ਵਿਕਾਰਾਂ ਦੀ ਮੈਲ ਜਿਹੜੀ ਹੈ
ਉਹ ਗੁਰਮੁਖਾਂ ਦੀ ਸੰਗਤ ਕਰਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਵਿਕਾਰਾਂ ਦੀ ਮੈਲ ਜਿਹੜੀ ਸਾਰੀ ਮਿਟ ਜਾਂਦੀ ਹੈ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸਾਧ ਦਾ ਸੰਗ ਕਰਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਅਭਿਮਾਨ ਮਿਟ ਜਾਂਦਾ, ਹੰਕਾਰ ਖਤਮ ਹੋ ਜਾਂਦਾ ਹੈ। ਸਾਧ ਕੇ ਸੰਗ ਪ੍ਰਗਟੈ ਸੋ ਗਿਆਨ। ਅਤੇ ਇਸ ਕਰਕੇ ਅੰਦਰ ਸੰਗਤ ਕਰਨ ਦੇ ਨਾਲ ਚੰਗਾ ਗਿਆਨ ਹੈ ਜਿਹੜਾ, ਸ੍ਰੇਸ਼ਟ ਗਿਆਨ ਹੈ ਜਿਹੜਾ, ਗੁਰਦੇਵ ਜੀ ਕਹਿੰਦੇ ਪ੍ਰਗਟ ਹੋ ਜਾਂਦਾ ਹੈ। ਸਾਧ ਕੇ ਸੰਗ ਬੁਝੈ ਸਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ। ਸੰਗਤ ਕਰਨ ਦੇ ਨਾਲ ਸਾਰਾ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਅਤੇ ਸਾਹਿਬਾ ਜੀ ਬਚਨ ਕਰਦੇ ਸਭ ਹੋਤ ਨਵੇਰਾ, ਇਸ ਵਾਸਤੇ ਮਨ ਦੇ ਸੰਸਕਾਰਾਂ ਜਾਂ ਵਾਸਨਾ ਦਾ ਸਾਰਾ ਨਵੇੜਾ ਹੋ ਜਾਂਦਾ। ਕਿਵੇਂ? ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਪਰਮਾਤਮਾ ਨੇੜੇ ਬੁਝਦਾ ਹੈ। ਸੰਗਤ ਕਰਨ ਦੇ ਨਾਲ ਪਰਮਾਤਮਾ ਨੇੜੇ ਮਹਿਸੂਸ ਹੁੰਦਾ ਹੈ। ਗੁਰਦੇਵ ਜੀ ਬਚਨ ਕਰਦੇ ਨੇ ਬੁਝੈ ਪ੍ਰਭ ਨੇਰਾ, ਪਰਮਾਤਮਾ ਬੜੀ ਨੇੜੇ ਮਹਿਸੂਸ ਹੁੰਦਾ। ਜਦੋਂ ਸੰਗਤ ਕਰਾਂਗੇ ਪਰਮਾਤਮਾ ਦੇ ਖਿਆਲ ਅੰਦਰ ਵਸ ਜਾਂਦੇ ਹਨ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗੇ ਕੂਪਰ ਜਤਨ। ਗੁਰਮੁਖਾਂ ਦੀ ਸੰਗਤ ਵਿੱਚ ਮਨੁੱਖ ਨੂੰ ਨਾਮ ਰੂਪ ਰਤਨ ਲੱਭ ਲੈਂਦਾ ਹੈ। ਪਰਮਾਤਮਾ ਦਾ ਨਾਮ ਰੂਪੀ ਰਤਨ ਮਨੁੱਖ ਜਿਹੜਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਅਤੇ ਇਸ ਕਰਕੇ ਸਾਹਿਬਾ ਕਹਿੰਦੇ ਇੱਕ ਪ੍ਰਭੂ ਨੂੰ ਮਿਲਣ ਦਾ ਯਤਨ ਕਰਦਾ ਹੈ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਗੁਰਦੇਵ ਜੀ ਕਹਿ ਰਹੇ ਨੇ ਸਾਧੂਆਂ ਦੀ ਮਹਿਮਾ ਨੂੰ ਕੌਣ ਬਿਆਨ ਕਰ ਸਕਦਾ ਹੈ, ਰੱਬ ਦੇ ਪਿਆਰਿਆਂ ਦੀ ਵਡਿਆਈ ਕੌਣ ਕਰ ਸਕਦਾ ਹੈ। ਭਾਵ ਉਹਨਾਂ ਦੀ ਵਡਿਆਈ ਬੇਅੰਤ ਹੈ, ਉਹਨਾਂ ਦੀ ਵਡਿਆਈ ਅਕੱਤ ਹੋ ਜਾਂਦੀ ਹੈ। ਇਸ ਕਰਕੇ ਗੁਰਦੇਵ ਜੀ ਬਚਨ ਕਰਦੇ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਕਿਉਂਕਿ ਇਹ ਨਾਨਕ ਸਾਧ ਦੀ ਸੋਭਾ ਹੈ ਉਹ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ। ਸਾਧੂ ਦੀ ਵਡਿਆਈ ਰੱਬ ਦੀ ਵਡਿਆਈ ਦੇ ਬਰਾਬਰ ਹੋ ਜਾਂਦੀ, ਕਿਉਂਕਿ ਇਸ ਗੱਲ ਨੂੰ ਸਮਝਣਾ ਪੈਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਹਿਬਾ ਜੀ ਇਹੀ ਕਹਿੰਦੇ ਨੇ ਵੀ ਪਰਮਾਤਮਾ ਦਾ ਸੇਵਕ ਪਰਮਾਤਮਾ ਵਰਗਾ ਹੋ ਜਾਂਦਾ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਮਨੁੱਖ ਦੇ ਉਸ ਪਰਮੇਸ਼ਰ ਦੇ ਵਿੱਚ ਰੰਜਕ ਮਾਤਰ ਵੀ ਫਰਕ ਨਹੀਂ ਰਹਿ ਜਾਂਦਾ ਹੈ। ਰੱਬ ਦੇ ਪਿਆਰੇ ਰੱਬ ਵਰਗੇ ਹੋ ਜਾਂਦੇ ਨੇ, ਕਿਉਂਕਿ ਪਰਮਾਤਮਾ ਦੇ ਗੁਣ ਉਹਨਾਂ ਦੇ ਜੀਵਨ ਦੇ ਵਿੱਚ ਵਸ ਜਾਂਦੇ ਹਨ। ਸਾਧ ਕੈ ਸੰਗ ਅਗੋਚਰ ਮਿਲੈ, ਗੁਰਮੁਖਾਂ ਦੀ ਸੰਗ 'ਚ ਮਨੁੱਖ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਸਾਧ ਕੈ ਸੰਗ ਸਦਾ ਪ੍ਰਫੁੱਲੈ, ਅਤੇ ਮਨੁੱਖ ਜਿਹੜਾ ਹੈ ਸਦਾ ਖਿੜੇ ਮੱਥੇ ਰਹਿੰਦਾ ਹੈ। ਅੰਦਰ ਆਨੰਦ ਆ ਜਾਂਦਾ, ਅੰਦਰ ਖੇੜਾ ਪੈਦਾ ਹੋ ਜਾਂਦਾ ਹੈ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਕੈ ਸੰਗ ਆਵੇ ਬਸ ਪੰਚਾ। ਸਾਧੂ ਦੀ ਸੰਗਤ ਕਰਨ ਦੇ ਨਾਲ ਪੰਜੇ ਵਿਕਾਰ ਵਸ ਦੇ ਵਿੱਚ ਆ ਜਾਂਦੇ ਨੇ। ਗੁਰਦੇਵ ਜੀ ਕਹਿੰਦੇ ਫਿਰ ਮਨੁੱਖ ਸੰਗਤ ਵਿੱਚ ਬੈਠ ਕੇ ਅੰਮ੍ਰਿਤ ਰੂਪੀ ਨਾਮ ਦਾ ਰਸ ਪੁੰਚਦਾ ਹੈ, ਪ੍ਰਾਪਤ ਕਰਦਾ ਹੈ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ। ਸਾਧਜਨਾਂ ਦੀ ਸੰਗਤ ਕੀਤਿਆਂ ਮਨੁੱਖ ਸਭ ਪ੍ਰਾਣੀਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ। ਭਾਵ ਇੰਨੀ ਨਿਮਰਤਾ ਦੇ ਵਿੱਚ ਆਪਣੇ ਜੀਵਨ ਨੂੰ ਜਿਉਂਦਾ ਹੈ ਵੀ ਹਮੇਸ਼ਾ ਚਰਨ ਧੂੜ ਬਣਿਆ ਰਹਿੰਦਾ। ਹੰਕਾਰ ਮਾਨ ਅਭਿਮਾਨ ਸਭ ਕੁਝ ਖਤਮ ਹੋ ਜਾਂਦਾ ਹੈ। ਅਤੇ ਗੁਰਦੇਵ ਜੀ ਕਹਿੰਦੇ ਸਾਧ ਕੇ ਸੰਗ ਮਨੋਹਰ ਬੈਨ, ਉਹਦੇ ਬੈਨ ਨੇ ਜਿਹੜੇ, ਉਹਦੇ ਬੋਲ ਨੇ ਜਿਹੜੇ, ਸਾਹਿਬਾ ਕਹਿੰਦੇ ਬੜੇ ਮਨੋਹਰ ਹੋ ਜਾਂਦੇ ਨੇ, ਬੜੇ ਮਿੱਠੇ ਹੋ ਜਾਂਦੇ ਹਨ। ਸਾਧ ਕੈ ਸੰਗ ਨ ਕਤਹੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧੂ ਦੀ ਸੰਗਤ ਕੀਤਿਆਂ ਸਾਹਿਬਾ ਜੀ ਕਹਿੰਦੇ ਮਨੁੱਖ ਦਾ ਮਨ ਕਿਸੇ ਪਾਸੇ ਦੌੜਦਾ ਨਹੀਂ, ਨਾ ਕਤਹੂ ਧਾਵੈ, ਮਨ ਕਿਤੇ ਦੌੜਦਾ ਨਹੀਂ, ਧਾਉਂਦਾ ਨਹੀਂ। ਧਾਵੇ ਦਾ ਭਾਵ ਦੌੜਨਾ ਹੁੰਦਾ ਹੈ। ਸੰਗਤ ਕੀਤਿਆਂ ਮਨ ਦੇ ਅੰਦਰ ਟਿਕਾਊ ਪੈਦਾ ਹੁੰਦਾ ਹੈ। ਨਹੀਂ ਤਾਂ ਮਨ ਦੀ ਦਸ਼ਾ ਬਾਣੀ 'ਚ ਦੱਸੀਏ ਨਾ ਵੀ ਭਰਮੇ ਭੂਲਾ ਦੇ ਦਿਸ ਧਾਵੇ, ਨਿਮਖ ਮਾਹੇ ਚਾਰ ਕੁੰਟ ਫਿਰ ਆਵੇ। ਗੁਰਦੇਵ ਜੀ ਕਹਿੰਦੇ ਅੱਖ ਦੇ ਫੌਰ ਜਿਤਨੇ ਸਮੇਂ 'ਚ ਮਨ ਹੈ ਜਿਹੜਾ ਮਨੁੱਖੀ ਮਨ ਉਹ ਦਸੇ ਦਿਸ਼ਾਵਾਂ 'ਚ ਫਿਰ ਆਉਂਦਾ ਹੈ। ਇਸ ਕਰਕੇ ਗੁਰਦੇਵ ਜੀ ਕਹਿੰਦੇ ਸਾਧ ਕੈ ਸੰਗ ਨ ਕਤਹੂ ਧਾਵੈ, ਸੰਗਤ ਕੀਤਿਆਂ
ਸਾਧੂ ਦੀ ਰੱਬ ਦੇ ਪਿਆਰੇ ਦੀ ਸੰਗਤ ਕੀਤਿਆਂ ਮਨ ਜਿਹੜਾ ਦੌੜਦਾ ਨਹੀਂ ਹੈ। ਸਾਧ ਸੰਗ ਅਸਥਿਤ ਮਨ ਪਾਵੇ ਤੇ ਪ੍ਰਭੂ ਦੇ ਚਰਨਾਂ 'ਚ ਟਿਕਾਓ ਹਾਸਲ ਕਰ ਲੈਂਦਾ ਹੈ। ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਗੁਰਮੁਖਾਂ ਦੀ ਸੰਗਤ ਕੀਤਿਆਂ ਮਨੁੱਖ ਮਾਇਆ ਦੇ ਅਸਰ ਤੋਂ ਬੇਦਾਗ ਰਹਿੰਦਾ ਹੈ। ਮਾਇਆ ਤੇ ਭਿੰਨ ਰਹਿਣਾ ਭਾਵ ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਮਾਇਆ ਦੇ ਮੋਹ ਦੇ ਵਿੱਚ ਨਹੀਂ ਫਸਦਾ। ਤੇ ਤਾਂ ਤੇ ਸਾਬਾ ਕਹਿੰਦੇ, ਹੇ ਨਾਨਕ ਅਕਾਲ ਪੁਰਖ ਇਸ ਉੱਤੇ ਹਮੇਸ਼ਾ ਦਇਆਵਾਨ ਹੁੰਦਾ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਪਰਮਾਤਮਾ ਸਦਾ ਉਹਨਾਂ 'ਤੇ ਪ੍ਰਸੰਨ ਰਹਿੰਦਾ ਹੈ, ਦਇਆਲੂ ਰਹਿੰਦਾ ਹੈ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧ ਕੇ ਸੰਗ ਮਹਾ ਪੁਨੀਤ। ਗੁਰਮੁਖਾਂ ਦੀ ਸੰਗਤ 'ਚ ਰਿਹਾ ਗੁਰਦੇਵ ਜੀ ਕਹਿੰਦੇ ਦੁਸ਼ਮਣ ਵੀ ਮਿੱਤਰ ਜਾਪਦੇ ਨੇ, ਕਿਉਂਕਿ ਅੰਦਰੋਂ ਮਨੁੱਖ ਦੇ ਅੰਦਰੋਂ ਇਹ ਵੈਰ ਵਿਰੋਧ ਖਤਮ ਹੋ ਜਾਂਦਾ ਹੈ। ਗੁਰਦੇਵ ਜੀ ਬਾਣੀ 'ਚ ਤਾਂ ਹੀ ਤਾਂ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ, ਫਿਰ ਮਨੁੱਖ ਨਿਰਵੈਰ ਹੋ ਕੇ ਜੀਂਦਾ, ਵੈਰ ਰਹਿਤ ਹੋ ਕੇ ਜੀਂਦਾ। ਉਹਨਾਂ ਨੂੰ ਵੈਰੀ ਬੇਗਾਨੇ ਵੀ ਆਪਣੇ ਲੱਗਦੇ ਨੇ, ਕਿਉਂਕਿ ਸਤਿਗੁਰੂ ਜੀ ਬਾਣੀ 'ਚ ਤੇ ਇਹੀ ਸਮਝਾਉਂਦੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ ਆ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਹੁਣ ਵੈਰੀ ਹੁਣ ਬੇਗਾਨਾ ਕੋਈ ਨਹੀਂ ਜਾਪਦਾ, ਇਹ ਸੰਗ ਦੇ ਵਿੱਚੋਂ ਪ੍ਰਾਪਤੀ ਹੁੰਦੀ ਹੈ। ਅਸੀਂ ਵੀ ਇਸ ਪ੍ਰਾਪਤੀ ਨੂੰ ਹਾਸਲ ਕਰ ਸਕਦੇ ਹਾਂ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧ ਕੇ ਸੰਗ ਮਹਾ ਪੁਨੀਤ। ਉਹ ਬੰਦੇ ਸੰਗਤ 'ਚ ਰਹਿ ਕੇ ਫਿਰ ਸਾਬਾ ਜੀ ਕਹਿੰਦੇ ਪੁਨੀਤ ਭਾਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੇ ਸੰਗ ਨਾ ਮੀਂਗਾ ਪੈਰ। ਸੰਗਤ 'ਚ ਰਿਹਾ ਗੁਰਦੇਵ ਜੀ ਕਹਿੰਦੇ ਕਿਸੇ ਦੇ ਨਾਲ ਬੰਦੇ ਦਾ ਬੈਰ ਨਹੀਂ ਰਹਿੰਦਾ, ਮਨੁੱਖ ਨਿਰਵੈਰ ਹੋ ਜਾਂਦਾ, ਬੈਰ ਰਹਿਤ ਹੋ ਜਾਂਦਾ ਹੈ। ਅਤੇ ਸੰਗਤ ਦੀ ਬਰਕਤ ਦੇ ਨਾਲ ਵੀ ਉਸ ਮਨੁੱਖ ਦਾ ਫਿਰ ਜਿਹੜਾ ਪੈਰ ਹੈ ਵਿਕਾਰਾਂ ਵੱਲ ਨਹੀਂ ਜਾਂਦਾ ਹੈ। ਬੀਂਗਾ ਪੈਰ ਭਾਵ ਗਲਤ ਪਾਸੇ ਪੈਰ ਨਹੀਂ ਪੁੱਟਦਾ ਉਹ ਬੰਦਾ, ਉਹਦਾ ਰਸਤਾ ਬੜਾ ਸੋਹਣਾ ਅਤੇ ਬੜਾ ਸਾਫ਼ ਹੋ ਜਾਂਦਾ, ਨਿਰਮਲ ਹੋ ਜਾਂਦਾ ਹੈ। ਵਿਕਾਰਾਂ ਦੇ ਗਲਤ ਰਸਤੇ 'ਤੇ ਫਿਰ ਉਹ ਬੰਦਾ ਨਹੀਂ ਚੱਲਦਾ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਗੁਰਦੇਵ ਜੀ ਬਚਨ ਕਰਦੇ ਨੇ, ਸੰਗਤ ਦੇ ਵਿੱਚ ਬੈਠਿਆਂ ਸੰਗਤ ਕੀਤਿਆਂ ਮਨੁੱਖ ਦਾ ਐਸਾ ਸੁਭਾਅ ਬਣ ਜਾਂਦਾ ਹੈ, ਅਤੇ ਜਿਸ ਕਰਕੇ ਉਹ ਮਨੁੱਖ ਸੰਗਤ ਦੇ ਵਿੱਚ ਉਹਨੂੰ ਕੋਈ ਵੀ ਮਨੁੱਖ ਭੈੜਾ ਨਹੀਂ ਦਿਸਦਾ। ਉਹਦੀ ਦ੍ਰਿਸ਼ਟੀ ਇੰਨੀ ਚੰਗੀ ਬਣ ਜਾਂਦੀ ਹੈ, ਫਿਰ ਉਹਦੀ ਬਿਰਤੀ ਬਦਲ ਜਾਂਦੀ ਹੈ ਅਤੇ ਉਹ ਹਰ ਥਾਂ 'ਤੇ ਉਸ ਸੁੱਖ ਦੇ ਮਾਲਕ ਪਰਮਾਤਮਾ ਨੂੰ ਹੀ ਜਾਣਦਾ ਹੈ। ਗੁਰਦੇਵ ਜੀ ਕਹਿੰਦੇ ਸਾਧ ਸੰਗ ਜਾਣੇ ਪਰਮਾਨੰਦਾ, ਪਰਮ ਆਨੰਦ ਹੈ ਜਿਹੜਾ ਪਰਮੇਸ਼ਰ, ਉਹਨੂੰ ਉਹ ਹਰ ਪਾਸੇ ਜਾਣਦਾ ਹੈ। ਸਾਧ ਕੇ ਸੰਗ ਨਾਹੀ ਹੋਂ ਤਾਪ, ਸਾਧ ਕੇ ਸੰਗ ਤਜੈ ਸਭ ਆਪ। ਸਾਧੂ ਦੀ ਸੰਗਤ ਵਿੱਚ ਮਨੁੱਖ ਸਾਰੀ ਆਪਣਤ ਛੱਡ ਦਿੰਦਾ ਹੈ, ਆਪਣਾ ਪ੍ਰਤਾਪ ਛੱਡ ਦਿੰਦਾ ਹੈ, ਆਪਣੀ ਹਉਮੈ ਨੂੰ ਛੱਡ ਦਿੰਦਾ ਹੈ, ਅਤੇ ਗੁਰਮੁਖਾਂ ਦੀ ਸੰਗਤ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ। ਗੁਰਦੇਵ ਜੀ ਕਹਿੰਦੇ ਨੇ ਉਹਦਾ ਸਾਰਾ ਹਉਮੈ ਦਾ ਤਾਪ, ਹਉਮੈ ਦਾ ਬੁਖਾਰ ਕਹਿ ਦਈਏ, ਉਹ ਸਾਰਾ ਖਤਮ ਹੋ ਜਾਂਦਾ। ਸਾਧ ਕੇ ਸੰਗ ਨਾਹੀ ਹਉ ਤਾਪ। ਨਹੀਂ ਬਹੁਤੇ ਬੰਦਿਆਂ ਨੂੰ ਅਸੀਂ ਕਿਤੇ ਝਾਤ ਮਾਰ ਕੇ ਦੇਖੀਏ, ਹਉਮੈ ਦਾ ਬੁਖਾਰ ਚੜ੍ਹਿਆ ਹੁੰਦਾ ਹੈ, ਉਹ ਹਉਮੈ ਦੇ ਵਿੱਚ ਤਪਦੇ ਹੁੰਦੇ ਨੇ। ਉਹ ਹੰਕਾਰੀ ਹੋ ਕੇ ਬੰਦੇ ਇਸ ਤਰੀਕੇ ਦੇ ਨਾਲ ਦੁਨੀਆ 'ਚ ਵਿਚਰਦੇ ਨੇ, ਦੂਸਰਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਆਪਣੇ ਹੰਕਾਰ ਦੇ ਵਿੱਚ। ਪਰ ਪਾਤਸ਼ਾਹ ਜੀ ਬਚਨ ਕਰਦੇ ਨੇ ਇੱਥੇ ਵੀ ਸੰਗਤ 'ਚ ਬੈਠਿਆਂ ਇੰਨਾ ਕੁ ਨਿਮਾਣਾਪਣ ਆ ਜਾਂਦਾ ਬੰਦੇ ਦੇ ਅੰਦਰ, ਉਹ ਸਾਰਾ ਹਉਮੈ ਵਾਲਾ ਤਾਪ ਲੈ ਜਾਂਦਾ ਹੈ, ਹਉਮੈ ਦਾ ਬੁਖਾਰ ਖਤਮ ਹੋ ਜਾਂਦਾ, ਬੰਦੇ ਦੀ ਈਗੋ ਮੁੱਕ ਜਾਂਦੀ ਹੈ, ਅਤੇ ਬੰਦਾ ਫਿਰ ਹਮੇਸ਼ਾ ਨਿਮਾਣਾ ਹੋ ਕੇ ਜੀਂਦਾ ਹੈ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਦੀ ਵਡਿਆਈ ਪਰਮਾਤਮਾ ਆਪ ਹੀ ਜਾਣਦਾ ਹੈ, ਕਿਉਂਕਿ ਹੇ ਨਾਨਕ ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ। ਸਾਧ ਕੇ ਸੰਗ ਨ ਕਬਹੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ। ਗੁਰਦੇਵ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ 'ਚ ਰਿਹਾ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ, ਮਨੁੱਖ ਦਾ ਮਨ ਹਮੇਸ਼ਾ ਟਿਕਿਆ ਰਹਿੰਦਾ ਹੈ, ਕਿਉਂਕਿ ਸਾਧ ਜਨਾਂ ਦੀ ਸੰਗਤ 'ਚ ਮਨੁੱਖ ਸਦਾ ਸੁੱਖ ਮਾਣਦਾ ਹੈ, ਸਦਾ
ਆਨੰਦ ਪ੍ਰਾਪਤ ਕਰਦਾ ਹੈ। ਸਾਧਕੈ ਸੰਗ ਅਜਰ ਸਹਿ। ਗੁਰਦੇਵ ਜੀ ਕਹਿੰਦੇ ਨੇ ਮਨੁੱਖ ਇਹ ਨਾ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ, ਭਾਵ ਸੰਗਤ ਦੇ ਵਿੱਚ ਰਹਿ ਕੇ ਗੁਰਦੇਵ ਬਚਨ ਕਰਦੇ ਸਾਧ ਸੰਗ ਬਸਤ ਅਗੋਚਰ ਲਹਿ। ਸਾਧ ਜਨਾਂ ਦੀ ਸੰਗਤ ਦੇ ਵਿੱਚ ਪ੍ਰਭੂ ਦੀ ਨਾਮ ਰੂਪੀ ਅਗੋਚਰ ਵਸਤੂ, ਅਮੋਲਕ ਵਸਤੂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਨਾ ਜਰਿਆ ਜਾਣ ਵਾਲਾ ਮਰਤਬਾ ਹਾਸਲ ਕਰ ਲੈਂਦਾ ਹੈ। ਸਾਧਕੈ ਸੰਗ ਬਸੈ ਥਾਨ ਉੱਚੈ, ਸਾਧਕੈ ਸੰਗ ਮਹਿਲ ਪਹੁੰਚੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਉੱਚੇ ਆਤਮਿਕ ਟਿਕਾਣੇ 'ਤੇ ਵੱਸਦਾ ਹੈ ਅਤੇ ਗੁਰਦੇਵ ਜੀ ਕਹਿੰਦੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਫਿਰ ਉਹ ਮਨੁੱਖ ਸਦਾ ਟਿਕਿਆ ਰਹਿੰਦਾ, ਸਦਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਉਹਦਾ ਨਿਵਾਸ ਹੋ ਜਾਂਦਾ ਹੈ। ਸਾਧਕੈ ਸੰਗ ਦ੍ਰਿੜੈ ਸਭ ਧਰਮ, ਸਾਧਕੈ ਸੰਗ ਕੇਵਲ ਪਾਰ ਬ੍ਰਹਮ। ਗੁਰਦੇਵ ਜੀ ਕਹਿੰਦੇ ਨੇ ਸੰਗਤ ਵਿੱਚ ਰਹਿ ਕੇ ਮਨੁੱਖ ਸਾਰੇ ਧਰਮਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ। ਧਰਮਾਂ ਨੂੰ ਭਾਵ ਧਰਮ ਕੀ ਹੁੰਦਾ ਹੈ, ਮੇਰੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਗੁਰਬਾਣੀ ਦੇ ਅਨੁਸਾਰ ਜਿਹੜੀ ਗੱਲ ਸਮਝ ਆਈਏ ਵੀ ਉਹ ਇਹੀ ਹੈ, ਧਰਮ ਕੀ ਹੁੰਦਾ, ਧਰਮ ਬੰਦੇ ਦਾ ਫਰਜ਼ ਹੁੰਦਾ ਹੈ। ਜਿਹੜਾ ਬੰਦਾ ਫਰਜ਼ਾਂ ਦੇ ਪ੍ਰਤੀ ਪ੍ਰਪੱਕ ਹੈ ਨਾ, ਮੰਨੋ ਕਿ ਉਹੀ ਧਰਮੀ ਹੈ। ਜਿਹੜਾ ਆਪਣੇ ਫਰਜ਼ ਨਹੀਂ ਨਿਭਾਉਂਦਾ, ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੈ, ਉਹ ਬੰਦਾ ਕਦੇ ਧਰਮੀ ਨਹੀਂ ਹੋ ਸਕਦਾ। ਸੌਖੇ ਸ਼ਬਦਾਂ ਦੇ ਵਿੱਚ ਮੈਂ ਬਿਆਨ ਕਰਾਂ ਵੀ ਧਰਮੀ ਉਹ ਬੰਦਾ ਹੈ ਜਿਹੜਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਦੇ ਭੱਜਦਾ ਨਹੀਂ, ਜ਼ਿੰਮੇਵਾਰੀਆਂ 'ਤੇ ਕਾਇਮ ਹੈ, ਟਿਕਿਆ ਹੋਇਆ, ਆਪਣੇ ਫਰਜ਼ਾਂ ਦੀ ਪਛਾਣ ਕਰਦਾ। ਫਰਜ਼ ਕਮਾਉਣਾ ਹੀ ਧਰਮ ਕਮਾਉਣਾ ਹੈ। ਇਸ ਕਰਕੇ ਫਰਜ਼ ਧਰਮ ਦਾ ਦੂਜਾ ਨਾਮ ਹੈ। ਗੁਰਦੇਵ ਜੀ ਇੱਥੇ ਬਚਨ ਕਰਦੇ ਨੇ, ਸਾਹਿਬਾ ਜੀ ਸਮਝਾਉਣਾ ਕਰਦੇ ਨੇ ਇੱਥੇ ਬਾਣੀ ਦੇ ਵਿੱਚ ਵੀ ਉਹ ਮਨੁੱਖ ਆਪਣੇ ਧਰਮ ਦੇ ਵਿੱਚ ਦ੍ਰਿੜ ਹੋ ਜਾਂਦਾ, ਆਪਣੇ ਫਰਜ਼ਾਂ ਦੇ ਪ੍ਰਤੀ ਜ਼ਿੰਮੇਵਾਰ ਹੋ ਜਾਂਦਾ, ਲਾਪਰਵਾਹੀ ਨਹੀਂ ਵਰਤਦਾ। ਸਾਧਕੈ ਸੰਗ ਦ੍ਰਿੜੈ ਸਭ ਧਰਮ, ਇੰਨਾ ਦ੍ਰਿੜ ਕਰ ਲੈਂਦਾ ਵੀ ਇਹ ਮੇਰਾ ਧਰਮ ਹੈ। ਹੁਣ ਮੈਂ ਉਦਾਹਰਣ ਦੇ ਤੌਰ 'ਤੇ ਗੱਲ ਲਵਾਂ ਵੀ ਇੱਕ ਬੰਦਾ ਧਰਮ ਕਮਾਉਂਦਾ ਹੈ। ਹੁਣ ਧਰਮ ਪਰਿਵਾਰ ਗ੍ਰਸਤੀ ਜੀਵਨ ਦੇ ਵਿੱਚ ਰਹਿਣ ਵਾਲਾ ਬੰਦਾ ਵੀ ਧਰਮ ਕਮਾਉਂਦਾ ਹੈ, ਪਰਿਵਾਰ ਨੂੰ ਪਾਲਦਾ ਹੈ, ਇਹ ਵੀ ਤਾਂ ਧਰਮ ਕਮਾਉਂਦਾ ਹੈ ਨਾ, ਇਹ ਵੀ ਜ਼ਿੰਮੇਵਾਰੀਆਂ ਨਿਭਾਉਂਦਾ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ ਦ੍ਰਿੜੈ ਸਭ ਧਰਮ। ਧਰਮ ਨੂੰ ਦ੍ਰਿੜ ਕਰਨਾ, ਧਰਮ ਨੂੰ ਪਰਪੱਕ ਕਰਨਾ, ਆਪਣੇ ਫਰਜ਼ ਨਿਭਾਉਣਾ। ਹੁਣ ਪਰਿਵਾਰ ਨੂੰ ਪਾਲਣਾ ਵੀ ਤਾਂ ਜ਼ਿੰਮੇਵਾਰੀ ਹੈ ਨਾ, ਇਹੀ ਤਾਂ ਧਰਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਹੀ ਸਿਖਾਉਂਦੀ ਹੈ। ਸਤਿਗੁਰੂ ਜੀ ਕੀ ਕਹਿੰਦੇ ਨੇ, ਸਾਧਕੈ ਸੰਗ ਦ੍ਰਿੜੈ ਸਭ ਧਰਮ। ਸਤਿਗੁਰੂ ਜੀ ਕਹਿੰਦੇ ਨੇ ਵੀ ਸੰਗਤ ਦੇ ਵਿੱਚ ਰਹਿ ਕੇ ਇਹ ਸਿੱਖਿਆ ਮਿਲਦੀ ਹੈ। ਸਾਧਕੈ ਸੰਗ ਕੇਵਲ ਪਾਰ ਬ੍ਰਹਮ। ਅਕਾਲ ਪੁਰਖ ਨੂੰ ਉਹ ਹਰ ਥਾਂ 'ਤੇ ਦੇਖਦਾ, ਇੱਕੋ ਪਰਮਾਤਮਾ ਨੂੰ ਹਰ ਪਾਸੇ ਉਹ ਮਹਿਸੂਸ ਕਰਦਾ ਹੈ। ਉਹ ਪਰਮਾਤਮਾ ਨੂੰ ਹੀ ਨਜ਼ਰ ਦੇ ਵਿੱਚ ਵਸਾ ਲੈਂਦਾ ਹੈ। ਸਾਧਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਿਰਫ ਅਕਾਲ ਪੁਰਖ ਨੂੰ ਹਰ ਥਾਂ 'ਤੇ ਵੇਖਦਾ ਉਹ ਬੰਦਾ ਹੈ। ਅਤੇ ਗੁਰਦੇਵ ਜੀ ਬਚਨ ਕਰਦੇ ਸਾਧ ਜਨਾਂ 'ਚ ਸੰਗਤ ਦੇ ਵਿੱਚ ਰਹਿ ਕੇ ਨਾ ਉਹਨੂੰ ਨਾਮ ਦਾ ਖਜ਼ਾਨਾ ਲੱਭ ਜਾਂਦਾ ਹੈ, ਪਰਮੇਸ਼ਰ ਦੇ ਨਾਮ ਨੂੰ ਉਹ ਪ੍ਰਾਪਤ ਕਰ ਲੈਂਦਾ। ਤਾਂ ਤੇ ਹੀ ਨਾਨਕ ਮੈਂ ਸਾਧ ਜਨਾਂ ਤੋਂ ਸਦਕੇ ਜਾਨਾ, ਮੈਂ ਰੱਬ ਦੇ ਪਿਆਰਿਆਂ ਤੋਂ ਕੁਰਬਾਨ ਜਾਨਾ ਹਾਂ। ਹਉ ਕੁਰਬਾਨੇ ਜਾਉ ਤਿਨਾ ਕਹਿ ਹਉ ਕੁਰਬਾਨੇ ਜਾਉ। ਗੁਰਦੇਵ ਜੀ ਬਚਨ ਕਰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹੈ। ਕਿਹਨਾਂ ਤੋਂ? ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ। ਸਾਹਿਬਾ ਜੀ ਇੱਥੇ ਬਚਨ ਕਰਦੇ ਸੁਖਮਨੀ ਸਾਹਿਬ ਦੇ ਅੰਦਰ, ਨਾਨਕ ਸਾਧੂ ਕਹਿ ਕੁਰਬਾਨ। ਰੱਬ ਦੇ ਪਿਆਰਿਆਂ ਤੋਂ ਕੁਰਬਾਨ ਜਾਈਏ। ਨਾਨਕ ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਨਾ, ਹਉ ਕੁਰਬਾਨੇ ਜਾਉ ਤਿਨਾ ਕਹਿ ਹਉ ਕੁਰਬਾਨੇ ਜਾਉ। ਹਉ ਕੁਰਬਾਨੇ ਜਾਉ ਤਿਨਾ ਕੇ ਲੈਨ ਜੋ ਤੇਰਾ ਨਾਉ। ਲੈਨ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੇ ਜਾਉ। ਸਤਿਗੁਰੂ ਜੀ ਕਹਿੰਦੇ ਮੈਂ ਸਦਾ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਜਿਹੜੇ ਰੱਬ ਦਾ ਨਾਮ ਜਪਦੇ ਨੇ, ਜਿਹੜੇ ਪਿਆਰੇ ਦੇ ਪਰਮੇਸ਼ਰ ਦੇ ਨਾਮ ਨੂੰ ਦਿਨ ਰਾਤ ਜਪਦੇ ਹਨ। ਸਾਧਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਗੁਰਦੇਵ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ 'ਚ ਰਹਿ ਕੇ ਮਨੁੱਖ ਆਪਣੀਆਂ ਸਾਰੀਆਂ ਕੁੱਲਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਅਤੇ ਸੰਗਤ ਦੇ ਵਿੱਚ ਬੈਠ ਕੇ ਆਪਣੇ ਸੱਜਣਾ ਮਿੱਤਰਾਂ ਦੇ ਪਰਿਵਾਰ ਨੂੰ ਵੀ ਤਾਰ ਲੈਂਦਾ। ਸੰਗਤ ਦੀ ਮਹਾਨਤਾ ਇੰਨੀ ਵੱਡੀ ਹੈ।
ਸਭ ਦਾ ਉਧਾਰ ਕਰਦਾ, ਕਿਉਂਕਿ ਆਪ ਤਰੈ ਸਗਲੇ ਕੁਲ ਤਾਰੈ। ਗੁਰਦੇਵ ਜੀ ਕਹਿੰਦੇ ਆਪ ਤਰਦੇ ਨੇ ਤੇ ਆਪਣੀ ਕੁੱਲ ਨੂੰ ਉਤਾਰ ਲੈਂਦੇ ਨੇ, ਆਪਣੀ ਕੁੱਲ ਦਾ ਪਾਰ ਉਤਾਰਾ ਕਰ ਲੈਂਦੇ ਨੇ, ਕਿਹੜੇ ਜਿਹੜੇ ਜਪਦੇ ਨੇ ਪਰਮੇਸ਼ਰ ਦੇ ਨਾਮ ਨੂੰ। ਇਸ ਕਰਕੇ ਸਾਹਿਬਾ ਜੀ ਬਚਨ ਕਰਦੇ ਹਨ, ਸਾਨੂੰ ਸਮਝਾਉਣਾ ਕਰਦੇ ਨੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ। ਸਾਹਿਬਾ ਕਹਿੰਦੇ ਸੰਗਤ ਦੇ ਵਿੱਚ ਉਹ ਧਨ ਪ੍ਰਾਪਤ ਹੋ ਜਾਂਦਾ ਹੈ ਜਿਸ ਧਨ ਦੇ ਮਿਲਣ ਦੇ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ, ਹਰੇਕ ਮਨੁੱਖ ਦੀ ਵਡਿਆਈ ਹੁੰਦੀ ਹੈ, ਉਹ ਵਸਤੂ ਉਹ ਅਮੋਲਕ ਨਾਮ ਪ੍ਰਾਪਤ ਹੋ ਜਾਂਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਗੁਰਦੇਵ ਜੀ ਕਹਿੰਦੇ ਸੰਗਤ ਵਿੱਚ ਰਿਹਾ ਧਰਮ ਰਾਜ ਵੀ ਸੇਵਾ ਕਰਦਾ ਤੇ ਦੇਵਤੇ ਵੀ ਸੋਭਾ ਕਰਦੇ ਹਨ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਗੁਰਮੁਖਾਂ ਦੀ ਸੰਗਤ ਦੇ ਵਿੱਚ ਰਿਹਾ ਪਾਪ ਦੂਰ ਹੋ ਜਾਂਦੇ। ਗੁਰਦੇਵ ਜੀ ਕਹਿੰਦੇ ਸੰਗਤ ਦੇ ਵਿੱਚ ਹਰ ਸਮੇਂ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ। ਇਸ ਕਰਕੇ ਪਰਮਾਤਮਾ ਦਾ ਨਾਮ, ਪ੍ਰਭੂ ਦੇ ਗੁਣ ਬੰਦੇ ਦੇ ਪਾਪਾਂ ਨੂੰ, ਐਸੇ ਭੈੜੇ ਕਰਮਾਂ ਨੂੰ ਕੱਟ ਦਿੰਦੇ, ਖਤਮ ਕਰ ਦਿੰਦੇ ਹਨ। ਇਸ ਕਰਕੇ ਸੰਗਤ ਦੀ ਇਹ ਮਹਾਨਤਾ ਸਾਹਿਬਾ ਜੀ ਬਿਆਨ ਕਰਦੇ ਹਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਤਿਗੁਰੂ ਜੀ ਇੱਥੇ ਵਚਨ ਕਰਦੇ ਨੇ ਵੀ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ, ਭਾਵ ਉੱਚੀ ਆਤਮਿਕ ਅਵਸਥਾ ਜਿਹੜੀ ਹੈ ਬੰਦੇ ਦੀ ਪ੍ਰਾਪਤ ਹੋ ਜਾਂਦੀ ਹੈ। ਆਤਮਿਕ ਦਰਜਾ ਉੱਚਾ ਪ੍ਰਾਪਤ ਹੋ ਜਾਂਦਾ ਹੈ, ਭਾਵ ਉਹਨਾਂ ਦੀ ਆਤਮਿਕ ਜੀਵਨ ਦੇ ਵਿੱਚ ਬਦਲਾਅ ਆ ਜਾਂਦਾ ਹੈ। ਤਾਂ ਤੇ ਹੇ ਨਾਨਕ ਸਾਧੂ ਦੀ ਸੰਗਤ ਕੀਤਿਆਂ, ਰੱਬ ਦੇ ਪਿਆਰਿਆਂ ਦੀ ਸੰਗਤ ਕੀਤਿਆਂ ਜਿਹੜਾ ਜਨਮ ਹੈ ਉਹ ਵੀ ਸਫਲ ਹੋ ਜਾਂਦਾ, ਮਨੁੱਖਾ ਜਨਮ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸਾਧ ਕੈ ਸੰਗ ਨਹੀਂ ਕਛ ਕਾਲ, ਸਾਧ ਕੈ ਸੰਗ ਨਹੀਂ ਕਛ ਕਾਲ। ਗੁਰਦੇਵ ਜੀ ਕਹਿ ਰਹੇ ਨੇ ਵੀ ਸੰਗਤ ਵਿੱਚ ਰਿਹਾ ਜਿਹੜਾ ਤਪ ਆਦਿਕ ਤਪਣ ਦੀ ਲੋੜ ਨਹੀਂ ਰਹਿੰਦੀ, ਹੋਰ ਘਾਲਣ ਦੀ ਲੋੜ ਨਹੀਂ। ਸੰਗਤ ਦੀ ਮਹਾਨਤਾ ਬੜੀ ਵੱਡੀ ਹੈ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਤੋ ਹੋਤ ਨਿਹਾਲ। ਕਿਉਂਕਿ ਉਹਨਾਂ ਦਾ ਦਰਸ਼ਨ ਕਰਕੇ ਹੀ ਹਿਰਦਾ ਖਿੜ ਜਾਂਦਾ ਹੈ। ਦਰਸ਼ਨ ਤੋਂ ਭਾਵ ਉਹਨਾਂ ਦੀ ਸੰਗਤ 'ਚ ਬੈਠਿਆਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ, ਅੰਦਰ ਦਾ ਖੇੜਾ ਆ ਜਾਂਦਾ। ਉਹਨਾਂ ਦੇ ਅੰਦਰ, ਉਹਨਾਂ ਦੀ ਸੰਗਤ ਕਰਕੇ ਅੰਦਰ ਪੋਜ਼ੀਟਿਵਿਟੀ ਪੈਦਾ ਹੁੰਦੀ ਹੈ। ਅੰਦਰ ਦਾ ਖੇੜਾ ਆਉਣਾ ਕੀ ਹੁੰਦਾ ਹੈ, ਖਿਆਲ ਬਦਲ ਜਾਂਦੇ ਨੇ, ਬੰਦੇ ਦੀ ਸੋਚ ਬਦਲ ਜਾਂਦੀ ਹੈ। ਜਿਹੜਾ ਬੰਦਾ ਸਦਾ ਚਿੰਤਾ 'ਚ ਫਸਿਆ ਹੁੰਦਾ ਹੈ, ਕਿਉਂਕਿ ਹਰ ਸਮੇਂ ਨੈਗੇਟਿਵ ਸੋਚਦਾ, ਜਿਹੜਾ ਵੀ ਕੁਝ ਨਹੀਂ ਹੋ ਸਕਦਾ ਮੇਰੀ ਜ਼ਿੰਦਗੀ ਦੇ ਵਿੱਚ, ਮੈਂ ਆਹ ਨਹੀਂ ਕਰ ਸਕਦਾ, ਮੈਨੂੰ ਆਹ ਨਹੀਂ ਮਿਲ ਸਕਦਾ। ਸੰਗਤ ਕੀਤਿਆਂ ਕੀ ਹੁੰਦਾ ਹੈ, ਸਾਹਿਬਾ ਜੀ ਕਹਿੰਦੇ ਅੰਦਰ ਉਹਨਾਂ ਦੇ ਅੰਦਰ ਖੇੜਾ ਆ ਜਾਂਦਾ ਹੈ, ਅੰਦਰ ਉਹਨਾਂ ਦੇ ਅੰਦਰ ਐਨਰਜੀ ਆ ਜਾਂਦੀ, ਇਹ ਸਪਿਰਿਟ ਮਿਲਦੀ ਹੈ ਸੰਗਤ ਦੇ ਵਿੱਚੋਂ। ਗੁਰਦੇਵ ਜੀ ਬਚਨ ਕਰਦੇ ਨੇ, ਦਰਸ਼ਨ ਭੇਟ ਤੋ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸੰਗਤ ਵਿੱਚ ਬੈਠਿਆਂ ਮਨੁੱਖ ਆਪਣੇ ਪਾਪ ਨਾਸ਼ ਕਰ ਲੈਂਦਾ ਹੈ ਅਤੇ ਇਸ ਤਰੀਕੇ ਦੇ ਨਾਲ ਨਰਕਾਂ ਦੀ ਜ਼ਿੰਦਗੀ ਤੋਂ ਬਚ ਜਾਂਦਾ ਹੈ। ਨਰਕਾਂ ਤੋਂ ਬਚਣਾ ਭਾਵ ਐਸੀ ਜ਼ਿੰਦਗੀ ਤੋਂ ਜਿਹੜੀ ਨਰਕ ਬਣੀ ਹੋਈ ਹੈ ਉਹ ਤੋਂ ਬਚਾਅ ਹੋ ਜਾਂਦਾ, ਫਿਰ ਜ਼ਿੰਦਗੀ ਬਦਲ ਜਾਂਦੀ, ਫਿਰ ਜ਼ਿੰਦਗੀ ਇੱਦਾਂ ਲੱਗਦੀ ਜਿਵੇਂ ਸਵਰਗਾਂ ਦੇ ਵਿੱਚ ਰਹਿੰਦਾ ਹੋਵੇ। ਇੰਨੇ ਸੁੱਖ ਦੇ ਵਿੱਚ ਰਹਿਣਾ ਹੀ ਸਵਰਗਾਂ 'ਚ ਰਹਿਣਾ ਹੈ, ਦੁੱਖ ਦੇ ਵਿੱਚ ਰਹਿਣਾ ਨਰਕਾਂ ਦੇ ਵਿੱਚ ਰਹਿਣਾ। ਮਤਾ ਭੁਲੇਖੇ 'ਚ ਰਹੀਏ ਵੀ ਕੋਈ ਮਰਨ ਤੋਂ ਬਾਅਦ ਵਾਲੇ ਨਰਕ ਅਤੇ ਸੁਰਗ ਦੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਕੀਤੀ ਹੋਵੇਗੀ, ਨਹੀਂ। ਸਾਹਿਬਾ ਜੀ ਕਹਿੰਦੇ ਜਿਉਂਦੇ ਹੀ ਬੰਦਾ ਨਰਕਾਂ 'ਚ ਵੱਸਦਾ ਹੈ, ਜਿਉਂਦਾ ਹੀ ਬੰਦਾ ਹੈ ਸਵਰਗਾਂ 'ਚ ਵੱਸਦਾ ਹੈ। ਇਹ ਹੁਣ ਆਪਣੇ 'ਤੇ ਡਿਪੈਂਡ ਹੈ ਵੀ ਅਸੀਂ ਆਪਣਾ ਵਾਸਾ ਕਿੱਥੇ ਕਰਨਾ, ਵੀ ਅਸੀਂ ਆਪਣੀ ਜ਼ਿੰਦਗੀ ਨਰਕ ਬਣਾਉਣੀ ਹੈ ਜਾਂ ਜ਼ਿੰਦਗੀ ਨੂੰ ਸਵਰਗ ਬਣਾਉਣਾ ਹੈ। ਜਿਉਂਦੇ ਜੀ ਇਹ ਫੈਸਲਾ ਸਾਡਾ ਹੋਵੇਗਾ। ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਹਨ, ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਗੁਰਦੇਵ ਜੀ ਕਹਿੰਦੇ ਸੰਗਤ ਦੇ ਕਰਨ ਦੇ ਨਾਲ ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਂਦਾ, ਭਾਵ ਆਹ ਸਮਾਂ ਤੇ ਆਉਣ ਵਾਲਾ ਸਮਾਂ ਬੜਾ ਸੋਹਣਾ ਬਣ ਜਾਂਦਾ ਹੈ ਜੇ ਅਸੀਂ ਆਹ ਟਾਈਮ ਨੂੰ ਆਪਣੇ ਨੂੰ ਸਹੀ ਸੰਭਾਲ ਲਵਾਂਗੇ। ਇਹ ਸੱਚ ਹੈ, ਇਹ ਅਸਲੀਅਤ ਹੈ ਵੀ ਆਉਣ ਵਾਲਾ ਸਮਾਂ ਵੀ ਸਾਡਾ ਸੋਹਣਾ ਬਣੇਗਾ। ਜੇ ਇਹ ਸਮਾਂ ਨਹੀਂ ਸਾਂਭਿਆ,
ਇਹ ਸਮੇਂ ਨੂੰ ਅਸੀਂ ਸਫਲ ਨਹੀਂ ਕੀਤਾ, ਫਿਰ ਆਉਣ ਵਾਲਾ ਸਮਾਂ ਵੀ ਸਾਡਾ ਬੜਾ ਭਿਆਨਕ ਹੋ ਸਕਦਾ, ਬੜਾ ਦੁੱਖਾਂ ਵਾਲਾ ਹੋ ਸਕਦਾ ਹੈ। ਕਿਉਂਕਿ ਵਰਤਮਾਨ ਸਮਾਂ ਇਹ ਬੀਜਣ ਦਾ ਸਮਾਂ, ਭਵਿੱਖ ਸਮਾਂ ਜਿਹੜਾ ਹੈ ਉਹ ਵੱਢਣ ਦਾ ਸਮਾਂ ਹੁੰਦਾ ਹੈ। ਇਸ ਕਰਕੇ ਗੱਲ ਪੱਲੇ ਬੰਨ੍ਹ ਲਈਏ, ਇਨ ਪ੍ਰੈਜ਼ੈਂਟ ਟਾਈਮ ਅਸੀਂ ਉਹ ਕਰਮ ਕਰੀਏ, ਉਹ ਬੀਜ ਬੀਜੀਏ, ਉਹ ਐਸੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਜਪੀਏ, ਤਾਂ ਕਿ ਇਹ ਨਾਮ ਬੀਜਿਆ ਹੋਇਆ ਫਲੀਭੂਤ ਹੋਵੇਗਾ। ਫਿਊਚਰ ਦੇ ਵਿੱਚ ਅਸੀਂ ਇਸ ਨਾਮ ਦੇ ਬੀਜ ਦੇ ਸੁੱਖ ਰੂਪੀ ਫਲ ਨੂੰ ਪ੍ਰਾਪਤ ਕਰ ਸਕਦੇ ਹਾਂ। ਜੋ ਬੀਜਿਆ ਉਹ ਵੱਢਣਾ ਪੈਣਾ ਹੈ। ਜੇ ਕਰਮ ਭੈੜੇ ਕਰਦੇ ਰਹੇ, ਜੇ ਅਸੀਂ ਜੀਵਨ ਨੂੰ ਬਰਬਾਦ ਕਰਦੇ ਰਹੇ, ਆਉਣ ਵਾਲਾ ਸਮਾਂ ਵੀ ਸਾਡਾ ਦੁੱਖਾਂ ਦੇ ਵਿੱਚ ਹੀ ਬਤੀਤ ਹੋਵੇਗਾ। ਸਾਧ ਸੰਗ ਬਿਸ਼ਰਤ ਹਰ ਮੇਲਾ, ਪ੍ਰਭੂ ਤੋਂ ਵਿਛੜਿਆ ਹੋਇਆ ਵੀ ਬੰਦਾ ਸੰਗਤ ਦੇ ਰਾਹੀਂ ਰੱਬ ਨਾਲ ਮਿਲ ਜਾਂਦਾ ਹੈ। ਜੋ ਇੱਛੈ ਸੋਈ ਫਲ ਪਾਵੇ, ਸਾਧ ਕੇ ਸੰਗ ਨ ਬਿਰਥਾ ਜਾਵੇ। ਜੋ ਇੱਛੇ ਸੋਈ ਫਲ ਪਾਵੇ, ਜੋ ਚਾਹੁੰਦਾ ਉਹ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਕੁਝ ਵੀ ਇੱਥੇ ਜਿਹੜਾ ਦੁਨੀਆ ਦੇ ਵਿੱਚ ਨਾ ਮਿਲਣ ਵਾਲਾ ਨਹੀਂ। ਬੰਦਾ ਕੋਸ਼ਿਸ਼ ਕਰੇ, ਅੰਦਰ ਆਪਣੇ ਠਾਣ ਲਵੇ, ਅੰਦਰ ਆਪਣੇ ਯਤਨ ਕਰੇ, ਸੰਘਰਸ਼ ਕਰੇ, ਤੇ ਹਰ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਗੁਰਦੇਵ ਜੀ ਕਹਿੰਦੇ ਜੋ ਇੱਛਾ ਸੋਈ ਫਲ ਪਾਵੇ, ਜੋ ਚਾਹੁੰਦਾ ਉਹ ਪਾ ਸਕਦਾ ਹੈ ਬੰਦਾ ਹੈ, ਉਹ ਪ੍ਰਾਪਤੀ ਹੋ ਸਕਦੀ ਹੈ। ਦ੍ਰਿੜਤਾ ਅੰਦਰ ਹੋਣੀ ਲਾਜ਼ਮੀ ਹੈ। ਗੁਰਦੇਵ ਜੀ ਕਹਿੰਦੇ ਇਹ ਦ੍ਰਿੜਤਾ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਸਾਧ ਕੇ ਸੰਗ ਨ ਬਿਰਥਾ ਜਾਵੇ, ਤੇ ਬੇਮੁਰਾਦ ਹੋ ਕੇ ਨਹੀਂ ਜਾਂਦਾ ਦੁਨੀਆ ਤੋਂ। ਇੱਥੋਂ ਸੰਸਾਰ ਦੇ ਵਿੱਚ ਕੁਝ ਖੱਟ ਕੇ, ਕੁਝ ਆਪਣੇ ਜੀਵਨ ਨੂੰ ਸਫਲ ਕਰਕੇ ਜਾਂਦਾ ਹੈ। ਪਾਰ ਬ੍ਰਹਮ ਸਾਧ ਰਿਧ ਵਸੈ, ਨਾਨਕ ਉਦਰੈ ਸਾਧ ਸੁਨ ਰਸੈ। ਅਕਾਲ ਪੁਰਖ ਰੱਬ ਦੇ ਪਿਆਰਿਆਂ ਦੇ ਹਿਰਦੇ 'ਚ ਵਸਦਾ ਹੈ। ਤੇ ਸਾਹਿਬਾ ਕਹਿੰਦੇ ਇਹ ਨਾਨਕ ਮਨੁੱਖ ਸਾਧ ਜਨਾਂ ਦੀ ਰਸਨਾ ਤੋਂ ਉਪਦੇਸ਼ ਸੁਣ ਕੇ ਵਿਕਾਰਾਂ ਤੋਂ ਬਚ ਜਾਂਦਾ ਹੈ, ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ। ਸਾਧ ਕੇ ਸੰਗ ਸੁਨੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਸੱਤਵੇਂ ਪਦ ਦੀ ਆਰੰਭਤਾ ਹੋ ਰਹੀ ਏ। ਗੁਰਦੇਵ ਜੀ ਕਹਿੰਦੇ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਨਾਮ ਨੂੰ ਸੁਣੋ ਤੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ। ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਹਿਬਾ ਜੀ ਕਹਿੰਦੇ ਸੰਤਾਂ ਦੀ ਸੰਗਤ ਦੇ ਵਿੱਚ ਰਿਹਾ ਪ੍ਰਭੂ ਜਿਹੜਾ ਮਨ ਤੋਂ ਭੁੱਲਦਾ ਹੀ ਨਹੀਂ। ਸੰਗਤ ਵਿੱਚ ਬੈਠਿਆਂ ਰੱਬ ਦੀ ਯਾਦ ਕਦੇ ਟੁੱਟਦੀ ਨਹੀਂ, ਹਮੇਸ਼ਾ ਰੱਬ ਯਾਦ ਰਹਿੰਦਾ ਹੈ। ਤੇ ਸਾਧ ਜਨਾਂ ਦੀ ਸੰਗ 'ਚ ਮਨੁੱਖ ਜ਼ਰੂਰ ਵਿਕਾਰਾਂ ਤੋਂ ਬਚ ਜਾਂਦਾ। ਸਰ ਪਰ ਨਿਸਤਰੈ ਦਾ ਭਾਵ ਵਿਕਾਰਾਂ ਤੋਂ ਪਾਰ ਉਤਾਰਾ ਹੋ ਜਾਂਦਾ, ਬਚਾਅ ਹੋ ਜਾਂਦਾ ਹੈ। ਸਾਧ ਕੇ ਸੰਗ ਲੱਗੇ ਪ੍ਰਭ ਮੀਠਾ, ਸਾਧ ਕੇ ਸੰਗ ਘਟ ਘਟ ਡੀਠਾ। ਭਲਿਆਂ ਦੀ ਸੰਗਤ ਦੇ ਵਿੱਚ ਰਿਹਾ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ, ਪਰਮਾਤਮਾ ਬੜਾ ਸੋਹਣਾ ਲੱਗਦਾ। ਜਦੋਂ ਸੰਗਤ ਉਸ ਤਰ੍ਹਾਂ ਦੀ ਹੋਵੇਗੀ ਜਿੱਥੇ ਰੱਬ ਦੇ ਘਰ ਦੀ ਗੱਲ ਹੁੰਦੀ ਹੈ, ਰੱਬ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ, ਫਿਰ ਪਰਮਾਤਮਾ ਦੇ ਗੁਣਾਂ ਤੋਂ ਜਾਣੂ ਹੋਵਾਂਗੇ, ਫਿਰ ਪਰਮਾਤਮਾ ਸਾਨੂੰ ਪਿਆਰਾ ਲੱਗੇਗਾ, ਫਿਰ ਉਹਦੇ ਮਿਲਣ ਦੀ ਚਾਹਨਾ ਪੈਦਾ ਹੋਵੇਗੀ। ਸਾਹਿਬਾ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਭਾਈ ਪਰਮਾਤਮਾ ਮਿੱਠਾ ਲੱਗਦਾ, ਚੰਗਾ ਲੱਗਦਾ ਹੈ। ਤੇ ਜਿਸ ਕਰਕੇ ਫਿਰ ਉਹ ਹਰੇਕ ਸਰੀਰ ਦੇ ਵਿੱਚ ਦਿਖਾਈ ਦਿੰਦਾ ਹੈ। ਕੁਦਰਤ ਦੇ ਵਿੱਚ ਵਸਿਆ ਹੋਇਆ ਕਾਦਰ ਨਜ਼ਰ ਆਉਂਦਾ ਹੈ। ਫਿਰ ਜਰਰੇ ਜਰਰੇ ਦੇ ਵਿੱਚ, ਫਿਰ ਕਣ ਕਣ ਦੇ ਵਿੱਚ ਰਮਿਆ ਹੋਇਆ ਉਹ ਪਰਮਾਤਮਾ ਹੀ ਦਿਸਦਾ ਹੈ। ਜਦੋਂ ਪਰਮਾਤਮਾ ਦੇ ਗੁਣਾਂ ਦਾ ਪਤਾ ਲੱਗਦਾ, ਫਿਰ ਪਤਾ ਲੱਗਦਾ ਹੈ ਗੁਰਬਾਣੀ 'ਚੋਂ ਰੱਬ ਦੇ ਪਿਆਰੇ ਦੱਸਦੇ ਨੇ ਵੀ ਉਹ ਪਰਮਾਤਮਾ ਕੁਦਰਤ ਦੇ ਵਿੱਚ ਵਸਿਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਜਦੋਂ ਗੁਰੂ ਨਾਨਕ ਦੇ ਬੋਲਾਂ ਦੀ ਵਿਚਾਰ ਹੁੰਦੀ ਹੈ ਫਿਰ ਸਮਝ ਆ ਜਾਂਦੀ ਹੈ। ਇਸ ਤਰੀਕੇ ਦੇ ਨਾਲ ਸਾਹਿਬਾ ਜੀ ਬਚਨ ਕਰਦੇ ਹਨ। ਸਾਧ ਸੰਗ ਪਈ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ। ਸਾਧੂਆਂ ਦੀ ਸੰਗਤ ਕੀਤਿਆਂ ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਨੇ, ਸਦਾ ਆਗਿਆਕਾਰੀ ਹੋ ਜਾਂਦੇ, ਸਦਾ ਰੱਬੀ ਭਾਣੇ 'ਚ ਜੀਵਨ ਨੂੰ ਬਤੀਤ ਕਰਦੇ ਨੇ। ਇਹ ਪ੍ਰਾਪਤੀ ਸੰਗਤ ਦੇ ਵਿੱਚੋਂ ਹੁੰਦੀ ਹੈ। ਸਾਧ ਸੰਗ ਗਤ ਪਈ ਹਮਾਰੀ। ਗੁਰਦੇਵ ਜੀ ਕਹਿੰਦੇ ਸੰਗਤ ਦੇ ਵਿੱਚ ਰਿਹਾ ਜੀਵਨ ਦੀ ਗਤੀ ਹੋ ਜਾਂਦੀ ਹੈ, ਜੀਵਨ ਦਾ ਉਧਾਰ ਹੋ ਜਾਂਦਾ ਹੈ। ਇਸ ਕਰਕੇ ਸੰਗਤ ਦੀ ਮਹਾਨਤਾ ਸਤਿਗੁਰ ਪਾਤਸ਼ਾਹ ਜੀ ਬਿਆਨ ਕਰਦੇ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਰੇ ਰੋਗ ਅੰਦਰ ਦੇ ਜਿਹੜੇ ਸੰਗਤ ਵਿੱਚੋਂ ਮਿਟ ਜਾਂਦੇ ਨੇ। ਤੇ ਇਹ ਨਾਨਕ ਵੱਡੇ ਭਾਗਾਂ ਦੇ ਨਾਲ
ਸੰਗਤ ਦੀ ਪ੍ਰਾਪਤੀ ਹੁੰਦੀ। ਨਾਨਕ ਸਾਧ ਭੇਟੇ ਸੰਜੋਗ, ਸੰਜੋਗ ਦਾ ਭਾਵ ਭਾਗਾਂ ਦੇ ਨਾਲ ਹੀ ਸੰਗਤ ਮਿਲਦੀ ਹੈ। ਜੇ ਬੰਦਾ ਕਵੇ ਮੈਂ ਸੰਗਤ ਆਪਣੇ ਯਤਨ ਦੇ ਨਾਲ ਕਰਦਾ, ਨਹੀਂ ਭਾਈ ਭੁਲੇਖਾ ਹੈ। ਇਹ ਗੁਰੂ ਰਹਿਮਤ ਕਰੇ, ਪਰਮਾਤਮਾ ਬਖਸ਼ਿਸ਼ ਕਰੇ ਤਾਂ ਤੇ ਸੰਗਤ ਦੀਆਂ ਘੜੀਆਂ ਨਸੀਬ ਹੁੰਦੀਆਂ ਹਨ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਨੇ ਤੇਤਾ ਬਖਿਆਨੈ। ਸਾਧੂ ਦੀ ਵਡਿਆਈ ਹੈ ਜਿਹੜੀ, ਉਹ ਵੇਦ ਵੀ ਨਹੀਂ ਜਾਣਦੇ, ਅਤੇ ਜਿਸ ਕਰਕੇ ਉਹ ਤਾਂ ਜਿਤਨਾ ਸੁਣਦੇ ਨੇ ਉਤਨਾ ਹੀ ਬਿਆਨ ਕਰਦੇ ਨੇ। ਅਤੇ ਗੁਰਦੇਵ ਜੀ ਕਹਿੰਦੇ ਸਾਧੂ ਦੀ ਮਹਿਮਾ ਜਿਹੜੀ ਹੈ, ਰੱਬ ਦੇ ਪਿਆਰੇ ਦੀ ਮਹਿਮਾ ਜਿਹੜੀ ਹੈ, ਗੁਰੂ ਦੀ ਮਹਿਮਾ ਜਿਹੜੀ ਹੈ, ਉਹ ਬਿਆਨ ਤੋਂ ਪਰੇ ਹੈ। ਸਾਧ ਕੀ ਉਪਮਾ ਤੇ ਉਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ, ਭਾਵ ਜਗਤ ਦੀ ਚਰਨਾ, ਜਗਤ ਦੀ ਰਚਨਾ ਵਿੱਚ ਕੋਈ ਅਜਿਹੀ ਹਸਤੀ ਨਹੀਂ ਜਿਨ੍ਹਾਂ ਨੂੰ ਸਾਧ ਵਰਗਾ ਕਿਹਾ ਜਾ ਸਕੇ, ਜਿਨ੍ਹਾਂ ਨੂੰ ਐਸਾ ਦਰਜਾ ਦਿੱਤਾ ਜਾ ਸਕਦਾ ਵੀ ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ। ਤਿੰਨਾਂ ਗੁਣਾਂ ਤੋਂ ਪਰੇ ਹੈ ਸਾਧ ਦੀ ਮਹਿਮਾ, ਰੱਬ ਦੇ ਪਿਆਰੇ ਦੀ ਵਡਿਆਈ। ਸਾਧ ਕੀ ਉਪਮਾ ਰਹੀ ਭਰਪੂਰ। ਅਤੇ ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਜੋ ਸਾਰੇ ਗੁਣਾਂ ਦੇ ਵਿੱਚ ਭਰਪੂਰ ਹੈ, ਜੋ ਸਾਰੇ ਪਾਸੇ ਵਿਆਪਕ ਹੋ ਰਿਹਾ ਹੈ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਗੁਰੂ ਦੀ ਸੋਭਾ, ਸਾਹਿਬਾ ਜੀ ਬਚਨ ਕਰਦੇ ਨੇ, ਉਹ ਬੜੀ ਉੱਚੀ ਹੈ। ਗੁਰੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅਤੇ ਉਹਨੂੰ ਬੇਅੰਤ ਬੇਅੰਤ ਹੀ ਕਿਹਾ ਜਾ ਸਕਦਾ ਹੈ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਬਹੁਤ ਉੱਚੀ ਅਤੇ ਬਹੁਤ ਵੱਡੀ ਸਾਧੂ ਦੀ ਮਹਿਮਾ ਹੈ, ਉਹਦੀ ਵਡਿਆਈ ਹੈ। ਉਹਦੀ ਵਡਿਆਈ ਸਾਹਿਬਾ ਜੀ ਕਹਿੰਦੇ ਬੇਅੰਤ ਹੈ। ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਆਖਰਕਾਰ 8ਵੇਂ ਪਦ ਦੇ ਅਖੀਰ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਸਮਝਾਉਣਾ ਕਰਦੇ ਨੇ, ਭਾਈ ਸਾਧੂ ਦੀ ਸੋਭਾ ਸਾਧੂ ਨੂੰ ਹੀ ਫੱਬਦੀ, ਭਾਵ ਗੁਰੂ ਦੀ ਮਹਿਮਾ ਨੂੰ ਗੁਰੂ ਹੀ ਜਾਣ ਸਕਦਾ, ਕਿਉਂਕਿ ਇਹ ਨਾਨਕ ਗੁਰੂ ਅਤੇ ਪ੍ਰਭੂ ਦੇ ਵਿੱਚ ਕੋਈ ਫਰਕ ਨਹੀਂ ਹੈ। ਸਾਧੂ ਅਤੇ ਰੱਬ ਦੇ ਪਿਆਰਿਆਂ 'ਚ ਕੋਈ ਫਰਕ ਨਹੀਂ। ਜਿਹੜੇ ਅਸਲ 'ਚ ਪਰਮਾਤਮਾ ਨਾਲ ਜੁੜ ਜਾਂਦੇ ਨੇ ਉਹਨਾਂ 'ਚ ਰੰਜਕ ਮਾਤਰ ਵੀ ਫਰਕ ਨਹੀਂ ਰਹਿ ਜਾਂਦਾ, ਰੱਬੀ ਗੁਣ ਉਹਨਾਂ ਦੇ ਜੀਵਨ 'ਚ ਆ ਜਾਂਦੇ ਨੇ। ਇੱਥੇ ਸਾਹਿਬਾ ਸਾਨੂੰ ਸਮਝਾਉਂਦੇ ਨੇ, ਭਾਈ ਗੁਰੂ 'ਤੇ ਭਰੋਸਾ ਰੱਖ, ਪਰਮਾਤਮਾ 'ਤੇ ਭਰੋਸਾ ਰੱਖ, ਗੁਰੂ ਪਰਮੇਸ਼ਰ ਦੇ ਨਾਲ ਜੋੜਦਾ ਹੈ। ਅੱਜ ਗੁਰੂ ਦੀ ਸੰਗਤ ਕਰ। ਸੰਗਤ ਦੀ ਮਹਾਨਤਾ ਇਸ ਅਸ਼ਟਪਦੀ ਦੇ ਵਿੱਚ ਸਤਿਗੁਰ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਹੈ। ਸੰਗਤ ਦੀ ਮਹਾਨਤਾ ਦੇ ਬਾਰੇ ਸਾਨੂੰ ਚਾਨਣ ਪਾਇਆ ਹੈ। ਯਤਨ ਕਰੀਏ ਆਪਣੇ ਜੀਵਨ ਦੇ ਵਿੱਚ ਜ਼ਰੂਰ ਚੰਗਿਆਂ ਦੀ ਸੰਗਤ ਕਰੀਏ, ਗੁਰੂ ਦੀ ਸੰਗਤ ਕਰੀਏ, ਤਾਂ ਤੇ ਪਰਿਪੂਰਨ ਪਰਮਾਤਮਾ ਦਾ ਮਿਲਾਪ ਹੋਵੇ। ਜੀਵਨ ਦੇ ਵਿੱਚ ਅਸੀਂ ਪਰਮਾਤਮਾ ਦੇ ਨਾਮ ਨੂੰ ਜਪ ਕੇ ਅਮੋਲਕ ਘੜੀਆਂ ਜੀਵਨ ਦੀਆਂ ਸਫਲ ਕਰੀਏ, ਤਾਂ ਤੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ। 7 ਅਸ਼ਟਪਦੀਆਂ ਦੀ ਵਿਚਾਰ ਸੁਖਮਨੀ ਸਾਹਿਬ ਦੇ ਅੰਦਰ ਆਪਾਂ ਕਰ ਚੁੱਕੇ ਹਾਂ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਆਉਣ ਵਾਲੇ ਸਮੇਂ 'ਚ ਇਸੇ ਪ੍ਰਕਾਰ ਅਸੀਂ ਗੁਰਬਾਣੀ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ, ਇਹਨਾਂ ਘੜੀਆਂ ਦਾ ਲਾਹਾ ਪ੍ਰਾਪਤ ਕਰੀਏ, ਤਾਂ ਤੇ ਅਸੀਂ ਕੁਝ ਨਾ ਕੁਝ ਗੁਰਬਾਣੀ ਦੇ ਵਿੱਚੋਂ ਸਿੱਖ ਕੇ ਅਸੀਂ ਪਰਮਾਤਮਾ ਦੇ ਨਾਮ ਦਾ ਕਿਣਕਾ ਆਪਣੇ ਹਿਰਦੇ ਦੇ ਵਿੱਚ ਵਸਾਈਏ ਜੀ, ਤਾਂ ਤੇ ਜੀਵਨ ਦੀ ਇਸ ਬਾਜੀ ਨੂੰ, ਜੀਵਨ ਦੇ ਇਸ ਅਮੋਲਕ ਸਮੇਂ ਨੂੰ ਅਸੀਂ ਜਿੱਤ ਸਕੀਏ, ਤਾਂ ਤੇ ਸਾਡਾ ਜਨਮ, ਸਾਡਾ ਜੀਵਨ ਸਫਲਾ ਹੋਵੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਅਖੀਰਲੀਆਂ ਪੰਕਤੀਆਂ ਸਰਵਣ ਕਰਦੇ ਹੋਏ ਪਾਓ ਫਤਿਹ 'ਚ ਸਾਂਝ। ਸਾਰੀ ਸੰਗਤ ਉਚਾਰਨ ਕਰੋ ਜੀ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।